ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਧਰਮ ਵਾਸਤੇ, ਸੰਸਾਰ ਨੂੰ ਸੱਚ ਨਾਲ ਜੋੜਨ ਵਾਸਤੇ, ਨਾਮ ਨਾਲ ਜੋੜਨ ਵਾਸਤੇ ਲੰਬੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਹਿੰਦੇ ਆ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਗੱਲ ਜੋ ਮੈਂ ਇਹ ਸਮਝਦਾ ਕਿ ਗੁਰੂ ਸਾਹਿਬ ਇਹ ਵੇਖਦੇ ਨੇ ਕਿ ਸਾਡਾ ਸਮਾਜ ਜ਼ੁਲਮ ਸਹਿ ਰਿਹਾ ਲੰਬੇ ਸਮੇਂ ਤੋਂ, ਔਰ ਉਹਨਾਂ ਜ਼ੁਲਮਾਂ ਤੋਂ ਓਨਾ ਚਿਰ ਛੁਟਕਾਰਾ ਨਹੀਂ ਮਿਲ ਸਕਦਾ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ। ਹੁਣੇ ਆਪ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਹੁਕਮ ਕਰ ਰਹੇ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਦੀ ਜਿਹੜੀ ਗੱਲ ਕੀਤੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ, ਉਹਦਾ ਮਤਲਬ ਸੀ ਕਿ ਅਸੀਂ ਇੱਕ ਹਾਂ, ਇੱਕੋ ਜਿਹੇ ਹਾਂ, ਅਕਾਲ ਪੁਰਖ ਦੇ ਬਣਾਏ ਹੋਏ ਹਾਂ, ਅਤੇ ਸਾਨੂੰ ਇੱਕ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਖਿਆ ਕਿ ਹਿੰਦੁਸਤਾਨ ਦੀ ਧਰਤੀ 'ਤੇ ਕੋਈ ਇੱਧਰੋਂ ਆਉਂਦਾ, ਕੋਈ ਉੱਧਰੋਂ ਆਉਂਦਾ, ਅਤੇ ਆਣ ਕੇ ਹਮਲਾਵਰ ਹੋ ਕੇ ਨਾਲੇ ਸਾਡੇ ਧਨ ਨੂੰ ਲੈ ਜਾਂਦਾ, ਨਾਲੇ ਸਾਡੀ ਇੱਜ਼ਤ ਰੋਲਦਾ। ਔਰ ਹਿੰਦੁਸਤਾਨ ਦੇ ਵਿੱਚ ਲੰਬਾ ਸਮੇਂ ਤੋਂ ਗੁਲਾਮੀ ਜਿਹੜੀ ਹੈ 7ਵੀਂ 8ਵੀਂ ਸਦੀ ਤੋਂ ਜਿਹੜੀ ਹੈ ਉਹ ਸ਼ੁਰੂ ਹੋਈ, ਔਰ ਲੰਬਾ ਸਮਾਂ ਉਹ ਗੁਲਾਮੀ ਦੇ ਵਿੱਚ ਹੀ ਲੋਕ ਪੀਸਦੇ ਰਹੇ। ਇਸ ਗੁਲਾਮੀ ਤੋਂ ਛੁੱਟਣ ਵਾਸਤੇ ਓਨਾ ਚਿਰ ਯਤਨ ਨਹੀਂ ਹੋ ਸਕਦਾ ਜਿਹੜੇ ਲੋਕਾਂ ਨੂੰ ਆਪਣਾ ਆਪ ਹੀ ਭੁੱਲ ਗਿਆ। ਉਹ ਸਮਝਦੇ ਨੇ ਕਿ ਸਾਡਾ ਤਾਂ ਕੰਮ ਹੈ ਗੁਲਾਮ ਹੀ ਰਹਿਣਾ, ਅਸੀਂ ਤਾਂ ਦੁੱਖ ਹੀ ਸਹਿਣੇ ਨੇ, ਅਸੀਂ ਤਾਂ ਜ਼ੁਲਮ ਦੇ ਥੱਲੇ ਹੀ ਰਹਿਣਾ। ਇਸ ਵਾਸਤੇ ਉਹਨਾਂ ਨੂੰ ਗੈਰਤ ਦੇਣ ਵਾਸਤੇ, ਉਹਨਾਂ ਨੂੰ ਅਣਖ ਵਿੱਚ ਨਾਲ ਜਿਉਣ ਦੀ ਜਾਚ ਦੱਸਣ ਵਾਸਤੇ ਸਤਿਗੁਰੂ ਜੀ ਨੇ ਕੀ ਕੀਤਾ, ਜਿਹੜੇ ਹੇਠਾਂ ਡਿੱਗੇ ਹੋਏ ਸਨ ਉਹਨਾਂ ਨੂੰ ਉੱਚਾ ਚੁੱਕਿਆ, ਔਰ ਜਿਹੜੇ ਹੰਕਾਰ ਦੇ ਵਿੱਚ ਮੱਤੇ ਹੋਏ ਉੱਤੇ ਕਿਲੇ ਦੇ ਉੱਤੇ ਚੜ੍ਹ ਕੇ ਬੈਠੇ ਸਨ ਵੀ ਸਾਡੇ ਵਰਗਾ ਕੋਈ ਨਹੀਂ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨੀਵਾਂ ਕੀਤਾ। ਜਦੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਵੇਖਦੇ ਨੇ, ਰਾਜਿਆਂ ਨਾਲ ਗੱਲ ਹੁੰਦੀ ਹੈ, 22 ਧਾਰਦਿਆਂ ਨਾਲ ਰਵਾਲਸਰ ਉਹ ਮੀਟਿੰਗ ਹੋਈ, ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇਹ ਵੇਖਦੇ ਨੇ ਕਿ ਰਾਜੇ ਇਸ ਗੱਲ 'ਤੇ ਜ਼ੋਰ ਦਿੰਦੇ ਨੇ ਕਿ ਅਸੀਂ ਜਨਮ ਤੋਂ ਲੈ ਕੇ ਹੀ ਸਰਵੋਤਮ ਹਾਂ, ਕਿਉਂਕਿ ਬ੍ਰਾਹਮਣ ਉਸ ਵੇਲੇ ਦਾ ਇਹ ਗੱਲ ਕਹਿ ਰਿਹਾ ਸੀ ਕਿ ਅਸੀਂ ਤਾਂ ਉੱਚੇ ਹਾਂ ਸਾਰਿਆਂ ਨਾਲੋਂ, ਬਾਕੀ ਸਾਰੇ ਸਾਡੇ ਤੋਂ ਨੀਵੇਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਰਜ਼ਾ ਸੀ ਵੀ ਜਦੋਂ ਤੱਕ ਅਸੀਂ ਆਪਸ ਵਿੱਚ ਭਰਾ ਨਹੀਂ ਬਣਦੇ ਓਨਾ ਚਿਰ ਅਸੀਂ ਇਕੱਠੇ ਨਹੀਂ ਹੋ ਸਕਦੇ, ਓਨਾ ਚਿਰ ਅਸੀਂ ਜ਼ੁਲਮ ਤੋਂ ਛੁਟਕਾਰਾ ਨਹੀਂ ਪਾ ਸਕਦੇ। ਜ਼ੁਲਮ ਤੋਂ ਛੁਟਕਾਰਾ ਪਾਉਣ ਵਾਸਤੇ ਸਾਨੂੰ ਇਕੱਠੇ ਹੋਣਾ ਜ਼ਰੂਰੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਉਹਨਾਂ ਨੇ ਅਰਜ਼ ਕੀਤੀ ਸੀ ਰਾਜਿਆਂ ਨੇ, ਜੀ ਅਸੀਂ ਅੰਮ੍ਰਿਤ ਦਾ ਛਕ ਲਵਾਂਗੇ, ਪਰ ਅੰਮ੍ਰਿਤ ਤਾਂ ਛਕਾਂਗੇ ਜਦੋਂ ਦੂਜੇ ਲੋਕਾਂ ਨਾਲੋਂ ਸਾਨੂੰ ਇਹ ਨਾਈਆਂ ਸ਼ੀਂਬਿਆਂ ਜੱਟਾਂ ਆਦਿਕ ਨਾਲੋਂ ਸਾਨੂੰ ਵੱਖਰਾ ਅੰਮ੍ਰਿਤ ਛਕਾਇਆ ਜਾਵੇ, ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ। ਮਾਤਾ ਜੀ ਨੇ ਵੀ ਇਹ ਅਰਜ਼ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਸਤਿਗੁਰੂ ਪ੍ਰਤਾਪ ਸਿੰਘ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ, ਸਤਿਗੁਰੂ ਜੀ ਨੇ ਆਖਿਆ ਇਹ ਲੋਕ ਸੋਚਣਗੇ ਰਾਜ ਭਾਗ ਤੇ ਸਾਡੇ ਕੋਲ ਅੱਗੇ ਹੀ ਸੀ, ਸਾਰਾ ਕੁਝ ਸਾਡੇ ਕੋਲ ਅੱਗੇ ਹੀ ਸੀ, ਇਹ ਸ਼ਰਬਤ ਦੀਆਂ 2 ਚੁੜੀਆਂ ਦਾ ਅਸਰ ਕਦੋਂ ਹੁੰਦਾ ਇਹ ਫੇਰ ਵੇਖਾਂਗੇ। ਭਾਵ ਇਸ ਤਰ੍ਹਾਂ ਦੇ ਬਚਨ ਨੇ, ਸ਼ਬਦਾਂ ਦਾ ਫਰਕ ਹੋ ਸਕਦਾ। ਮੇਰਾ ਅਰਜ਼ ਕਰਨ ਤੋਂ ਸਿਰਫ ਇਹ ਭਾਵ ਹੈ ਕਿ ਸਤਿਗੁਰੂ ਜੀ ਨੇ ਸਾਨੂੰ ਇੱਕ ਮੰਚ 'ਤੇ ਲਿਆਂਦਾ ਤਾਂ ਕਿ ਅਸੀਂ ਦੂਜੇ ਦੇ ਉੱਤੇ ਜਿਹੜਾ ਜ਼ੁਲਮ ਹੋ ਰਿਹਾ ਉਹਨੂੰ ਵੀ ਆਪਣੇ ਉੱਤੇ ਹੁੰਦਾ ਜ਼ੁਲਮ ਸਮਝ ਕੇ ਸਾਰੇ ਇਕੱਠੇ ਹੋਈਏ। ਜਿਹੜਾ ਮਨੁੱਖ ਬੇਗੈਰਤੀ ਜ਼ਿੰਦਗੀ ਜਿਊ ਰਿਹਾ, ਬੇਅਣਖੀ ਦੀ ਜ਼ਿੰਦਗੀ ਜਿਊ ਰਿਹਾ, ਉਹ ਵੀ ਥੋੜ੍ਹਾ ਉੱਪਰ ਉੱਠੇ, ਔਰ ਜਿਹੜਾ ਹੰਕਾਰ ਦੇ ਵਿੱਚ ਆਪਣੇ ਸੁੱਖਾਂ ਦੇ ਵਿੱਚ ਲੀਨ ਹੋਇਆ ਉਹ ਵੀ ਇਸ ਗੱਲ ਨੂੰ ਸਮਝੇ ਕਿ ਮੇਰੇ ਦੇਸ਼ ਦੇ ਲੋਕ, ਮੇਰੀ ਕੌਮ ਦੇ ਲੋਕ ਜਿਹੜੇ ਦੁੱਖ ਉਠਾ ਰਹੇ ਨੇ, ਇਹ ਮੇਰਾ ਫਰਜ਼ ਬਣਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਜ਼ੁਲਮਾਂ ਤੋਂ ਛੁਟਕਾਰਾ ਪਾਈਏ। ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਬਹੁਤ ਵੱਡਾ ਕਾਰਜ ਹੈ। ਔਰ ਹੈਰਾਨੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਪੜ੍ਹ ਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਲੈ ਕੇ ਨੰਦੇੜ ਤੱਕ ਵੀ 42 ਕੁ ਸਾਲ ਦਾ ਜੀਵਨ ਬਣਦਾ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਗੁਰਬਾਣੀ ਦੀ ਰਚਨਾ ਕੀਤੀ ਹੈ। ਇਹ ਤਕਰੀਬਨ ਇਹੋ ਸਮਾਂ। ਇਸ ਤੋਂ ਬਾਅਦ ਗੁਪਤ ਰੂਪ ਵਿੱਚ ਵਿਚਰੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੀ ਰਚਨਾ ਨਹੀਂ ਕੀਤੀ। ਇੰਨੇ ਵੱਡੇ ਕਾਰਜ ਕੀਤੇ, 14 ਜੰਗਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲੜੀਆਂ, ਆਪਣਾ ਪਰਿਵਾਰ ਕੁਰਬਾਨ ਕੀਤਾ, ਪਰ ਉਸ ਵੇਲੇ ਵੀ ਸਤਿਗੁਰੂ ਜੀ ਗੁਰਬਾਣੀ ਦੀ ਰਚਨਾ ਕਰ ਰਹੇ ਨੇ ਔਰ ਸੰਸਾਰ ਨੂੰ ਇਹ ਦੱਸ ਰਹੇ ਨੇ ਕਿ ਸਤਿਗੁਰੂ ਸੰਸਾਰ ਨਾਲੋਂ ਕਿੰਨਾ ਉੱਚਾ ਹੁੰਦਾ। ਇਹ ਬਹੁਤ ਵੱਡੀ ਗੱਲ ਹੈ ਕਿ ਉਸ ਵੇਲੇ ਇੰਨਾ ਵੱਡਾ ਖਜ਼ਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਮੈਂ ਅਰਜ਼ ਕਰਦਿਆਂ ਭਈ ਜਦੋਂ ਮਨੁੱਖ ਦੁੱਖ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਗੁੱਸੇ ਵਿੱਚ ਹੋਵੇ, ਉਦੋਂ ਮਨੁੱਖ ਕੋਲੋਂ ਕੋਈ ਨਵੀਂ ਸਿਰਜਣਾ ਨਹੀਂ ਹੁੰਦੀ।
ਪਰ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ, ਜਿਨ੍ਹਾਂ ਨੇ ਇੰਨੀ ਵੱਡੀ ਗੁਰਬਾਣੀ ਦੀ ਰਚਨਾ ਕਰਕੇ ਆਪਣੇ ਸਿੱਖ ਨੂੰ ਉੱਚਾ ਹੋਣ ਦਾ ਮਾਣ ਬਖਸ਼ਿਆ ਕਿ ਉਹ ਇਸ ਸੰਸਾਰ ਤੋਂ ਉੱਚਾ ਹੋ ਕੇ ਜੀਵੇ। ਸਰੀਰ ਕਰਕੇ ਨਹੀਂ, ਕੇਵਲ ਆਪਣਾ ਮਾਣ ਲੈਣ ਵਾਸਤੇ ਨਹੀਂ, ਇਸ ਵਾਸਤੇ ਉੱਚਾ ਹੋਵੇ ਕਿ ਉਹਦੇ ਵਿਚਾਰ ਉੱਚੇ ਹੋਣ, ਉਹਦਾ ਜੀਵਨ ਪੱਧਰ ਜਿਹੜਾ ਹੈ ਮਨ ਕਰਕੇ, ਵਿਚਾਰਾਂ ਕਰਕੇ, ਆਤਮਾ ਕਰਕੇ, ਆਤਮਾ ਦੇ ਤਲ 'ਤੇ ਜਿਉਣ ਵਾਲਾ ਬਣ ਜਾਏ। ਭਾਵ ਇਸ ਤਰ੍ਹਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀਆਂ। ਗੁਰੂ ਕਲਗੀਧਰ ਪਾਤਸ਼ਾਹ ਦੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਇੱਕ ਗੱਲ ਉਹਨਾਂ ਦੀ ਬਹੁਤ ਵੱਡੀ ਹੈ ਕਿ ਸਾਰਾ ਕੁਝ ਵਾਰ ਕੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਕਿਤੇ ਨਹੀਂ ਆਖਦੇ ਕਿ ਮੈਂ ਕਿਸੇ ਸਿਰ ਅਹਿਸਾਨ ਕੀਤਾ। ਸਿੱਖੀ ਸਾਡੀ ਤਾਂ ਹੀ ਹੈ ਜਦੋਂ ਸਾਡੇ ਅੰਦਰ ਵੀ ਇਹ ਭਾਵਨਾਵਾਂ ਆਉਣ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਇਹ ਹੁਕਮ ਕੀਤਾ ਕਿ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ ਚਾਰ। ਬੜਾ ਸੋਹਣਾ ਹੀ ਗੱਲ ਹੈ, ਇਹਨੂੰ ਥੋੜ੍ਹਾ ਜਿਹਾ ਧਿਆਨ ਦਈਏ। ਪੁਰਾਣੇ ਲੋਕਾਂ ਨੇ, ਸ਼ਾਇਦ ਤੁਹਾਡੇ 'ਚੋਂ ਕਈਆਂ ਨੇ ਖੁੱਲ੍ਹੇ ਲੋਕਾਂ ਦੇ ਵਿਆਹ ਵੇਖੇ ਹੋਣਗੇ। ਉੱਥੇ ਵਿਆਹ 'ਤੇ ਨਾ ਸਰਵਾਰ ਨਾ ਕਰਦੇ, ਸਿਰ ਦੇ ਉੱਤੋਂ ਦੀ ਕੁਛ ਵਾਰਦੇ ਨੇ, ਪੈਸੇ ਆਦਿਕ ਵਾਰੇ ਜਾਂਦੇ ਨੇ। ਪੈਸੇ ਉਹ ਕਿਉਂ ਵਾਰੇ ਜਾਂਦੇ ਨੇ? ਉਹਦਾ ਮਤਲਬ ਇਹ ਹੁੰਦਾ ਕਿ ਸਾਡੇ ਵਾਸਤੇ ਇਹ ਜਿਹੜੀ ਚੀਜ਼ ਤੇਰੇ ਸਿਰ ਤੋਂ ਵਾਰੀ ਜਾ ਰਹੀ ਹੈ, ਇਹਦੇ ਨਾਲੋਂ ਤੇਰੀ ਜਿਹੜੀ ਮਹਾਨਤਾ ਹੈ ਉਹ ਸਾਡੇ ਵਾਸਤੇ ਜ਼ਿਆਦਾ ਹੈ, ਜ਼ਿਆਦਾ ਅਹਿਮੀਅਤ ਰੱਖਦਾ ਹੈ ਤੂੰ। ਇਹ ਪੈਸੇ ਜਿਹੜੇ ਨੇ ਤੇਰੇ ਤੋਂ ਤਾਂ ਕੁਰਬਾਨ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਨੂੰ, ਮਨੁੱਖਤਾ ਨੂੰ ਅਹਿਮੀਅਤ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਆਪਣੇ ਸਿੱਖਾਂ ਨੂੰ ਅਹਿਮੀਅਤ ਦਿੱਤੀ, ਧਰਮ 'ਤੇ ਚੱਲਣ ਵਾਲੇ ਲੋਕਾਂ ਨੂੰ ਅਹਿਮੀਅਤ ਦਿੱਤੀ। ਉਹਨਾਂ ਦਾ ਧਰਮ ਕਿਤੇ ਵੀ ਇਸ ਗੱਲ ਦੀਆਂ ਵੰਡੀਆਂ ਨਹੀਂ ਪਾਉਂਦਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿਧਾਂਤ ਨੇ, ਜਿਹੜੇ ਹੁਕਮ ਨੇ, ਜਿਹੜੀਆਂ ਮਰਿਆਦਾਵਾਂ ਨੇ, ਉਹ ਕੇਵਲ ਇੱਕ ਧਰਮ ਵਾਸਤੇ ਨੇ, ਇੱਕ ਦੇਸ਼ ਵਾਸਤੇ ਨੇ, ਇੱਕ ਮਜ਼ਹਬ ਵਾਸਤੇ ਨੇ, ਇੱਕ ਖਾਸ ਸਮੇਂ ਵਾਸਤੇ ਨੇ। ਇਸ ਤਰ੍ਹਾਂ ਕੁਛ ਨਹੀਂ। ਦੇਸ਼ ਕਾਲ ਤੋਂ ਦੀਆਂ ਹੱਦਾਂ ਤੋਂ ਅੱਗੇ ਲੰਘ ਕੇ ਆਉਂਦੀ ਹੈ। ਗੁਰੂ ਨਾਨਕ ਸਾਹਿਬ ਦੀ ਗੱਲ ਚੱਲ ਰਹੀ ਸੀ। ਮੈਂ ਇਹ ਵੀ ਅਰਜ਼ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਪਹਿਲਾਂ ਜਿੰਨੇ ਪੈਗੰਬਰ ਹੋਏ ਨੇ, ਕਿਉਂਕਿ ਸੱਚੇ ਪਾਤਸ਼ਾਹ ਜਿਹੜਾ ਬਚਨ ਕੀਤਾ ਸੀ ਉਸ ਵਿੱਚ ਮੈਨੂੰ ਇਸ ਤਰ੍ਹਾਂ ਸਮਝ ਲੱਗੀ ਕਿ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਕਿ ਅਸੀਂ ਕਿਉਂ ਨਾ ਸਿੱਖ ਬਣੇ, ਗੁਰੂ ਨਾਨਕ ਨੂੰ ਅਸੀਂ ਮਹਾਨਤਾ ਕਿਉਂ ਦਿੰਦੇ ਹਾਂ, ਕੀ ਵਾਧਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ। ਧਰਮ ਦੀ ਗੱਲ ਤੇ ਪਹਿਲੇ ਅਵਤਾਰਾਂ ਪੈਗੰਬਰਾਂ ਵੀ ਕੀਤੀ, ਪਰ ਭਗਵਾਨ ਸ਼੍ਰੀ ਕ੍ਰਿਸ਼ਨ ਆਪਣੇ ਗੀਤਾ ਵਿੱਚ ਇਹ ਗੱਲ ਆਖਦੇ ਨੇ ਕਿ ਜਿਹੜੀ ਮਨੁੱਖਤਾ ਹੈ ਸਾਰੀ, ਇਸ ਸਾਰੀ ਮਨੁੱਖਤਾ ਨੂੰ ਚਲਾਉਣ ਵਾਲਾ, ਇਸ ਸਾਰੀ ਕਾਇਨਾਤ ਨੂੰ ਚਲਾਉਣ ਵਾਲਾ ਮੈਂ ਹੀ ਹਾਂ। ਔਰ ਇੱਥੋਂ ਤੱਕ ਵੀ ਆਖਦੇ ਨੇ ਕਿ ਅਰਜਨ ਵੀ ਮੈਂ ਹਾਂ, ਫਲਾਣਾ ਵੀ ਮੈਂ ਹਾਂ, ਜੋ ਕੁਛ ਕਰ ਰਿਹਾ ਮੈਂ ਕਰਤਾ ਹਾਂ। ਪਰ ਗੁਰੂ ਨਾਨਕ ਨੇ ਸਾਨੂੰ ਇਹ ਮੱਤ ਦਿੱਤੀ ਕਿ ਨਹੀਂ, ਆਪਣੇ ਆਪ ਨੂੰ ਕਰਤਾ ਨਾ ਸਮਝ ਕੇ ਆਪਣੇ ਆਪ ਨੂੰ ਕਹੋ ਨਾਨਕ ਹਮ ਨੀਚ ਕਰਮਾਂ, ਆਪਣੇ ਆਪ ਨੂੰ ਨੀਵਾਂ ਦਰਸਾਉਣ ਵਾਸਤੇ ਹੁਕਮ ਕੀਤਾ। ਅਸਲ ਵਿੱਚ ਗੁਰਬਾਣੀ 'ਚ ਇਹ ਜਿਹੜੇ ਪਾਠ ਆਏ ਨੇ, ਇਹ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ ਵੀ ਇਹ ਨਾ ਸਮਝੀਏ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਨੀਵੇਂ ਨੇ ਤਾਂ ਕਰਕੇ ਇਹ ਗੱਲ ਕਹਿ ਰਹੇ ਨੇ। ਅਸਲ ਵਿੱਚ ਉਹ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਤੂੰ ਆਪਣੀ ਹਉਮੈ ਤੋਂ ਡਿੱਗ। ਦੂਸਰੀ ਗੱਲ ਕਿ ਜਦੋਂ ਅਸੀਂ ਵੇਖਦੇ ਹਾਂ ਹਜ਼ਰਤ ਮੁਹੰਮਦ ਸਾਹਿਬ ਨੂੰ, ਤਾਂ ਹਜ਼ਰਤ ਮੁਹੰਮਦ ਸਾਹਿਬ ਇਹ ਗੱਲ ਆਖਦੇ ਨੇ ਆਪਣੇ ਚਾਚੇ ਨੂੰ, ਜਿਹਨੇ ਉਹਦੀ ਪਾਲਣਾ ਪੋਸ਼ਣਾ ਕੀਤੀ ਸੀ। ਜਦੋਂ ਉਹ ਚੜ੍ਹਾਈ ਕਰਨ ਲੱਗਿਆ ਤੇ ਹਜ਼ਰਤ ਮੁਹੰਮਦ ਸਾਹਿਬ ਆਖਦੇ ਨੇ ਵੀ ਤੂੰ, ਮੈਨੂੰ ਬੜਾ ਦੁੱਖ ਹੈ ਕਿ ਜਦੋਂ ਤੂੰ ਇਸ ਸੰਸਾਰ ਵਿੱਚੋਂ ਜਾਵੇਂਗਾ ਤੇ ਤੈਨੂੰ ਜੰਨਤ ਦੇ ਵਿੱਚ, ਭਾਵ ਸਵਰਗ ਦੇ ਵਿੱਚ ਥਾਂ ਨਹੀਂ ਮਿਲਣੀ। ਤੇ ਉਹ ਆਖਦਾ ਵੀ ਮੈਂ ਕਿਹੜਾ ਮਾੜਾ ਕੰਮ ਕੀਤਾ ਜ਼ਿੰਦਗੀ ਦੇ ਵਿੱਚ, ਮੈਂ ਤੇ ਸਾਰੇ ਚੰਗੇ ਕੰਮ ਕਰਦਾ ਰਿਹਾ ਤੇ ਫਿਰ ਵੀ ਮੈਨੂੰ ਜੰਨਤ ਵਿੱਚ ਥਾਂ ਕਿਉਂ ਨਹੀਂ ਮਿਲੇਗੀ? ਤਾਂ ਉਹ ਹਜ਼ਰਤ ਮੁਹੰਮਦ ਸਾਹਿਬ ਆਖਦੇ ਨੇ ਕਿਉਂਕਿ ਤੂੰ ਮੇਰੇ ਧਰਮ ਵਿੱਚ ਸ਼ਾਮਲ ਨਹੀਂ ਹੋਇਆ। ਜਿਹੜਾ ਧਰਮ ਮੈਂ ਚਲਾਇਆ ਉਹਦੇ ਵਿੱਚ ਇਸਲਾਮ 'ਚ ਸ਼ਾਮਲ ਨਹੀਂ ਹੋਇਆ। ਪਰ ਗੁਰੂ ਨਾਨਕ ਦਾ ਮਤ, ਗੁਰੂ ਗੋਬਿੰਦ ਸਿੰਘ ਦਾ ਮਤ ਐਸਾ ਬਿਲਕੁਲ ਨਹੀਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਨਹੀਂ ਆਖਦੇ ਕਿ ਸਾਰੇ ਸਿੱਖ ਬਣੋ। ਸਤਿਗੁਰੂ ਸੱਚੇ ਪਾਤਸ਼ਾਹ ਇਹ ਕਿਰਪਾ ਕਰਦੇ ਨੇ, ਜਿਸ ਧਰਮ ਵਿੱਚ ਤੁਸੀਂ ਜੁੜੇ ਹੋਏ ਹੋ ਪੂਰਨ ਰੂਪ ਵਿੱਚ ਉਹਦੀਆਂ ਚੰਗਿਆਈਆਂ ਨੂੰ ਆਪਣੇ ਮਨ ਦੇ ਅੰਦਰ ਵਸਾਉਣ ਦਾ ਯਤਨ ਕਰੋ। ਇਹ ਵੱਡਾ ਵਾਧਾ ਹੈ ਗੁਰੂ ਨਾਨਕ ਦੇ ਘਰ ਦਾ। ਗੁਰੂ ਨਾਨਕ ਦੇ ਘਰ ਦਾ ਵਾਧਾ ਕਰਦਿਆਂ ਇਹ ਵੀ ਗੱਲ ਕੀਤੀ ਜਾ ਸਕਦੀ ਹੈ, ਹਜ਼ਰਤ ਈਸਾ ਨੇ, ਇਹਨਾਂ ਦੇਸ਼ਾਂ ਵਿੱਚ ਬਹੁਤ ਪ੍ਰਚਾਰ ਹੈ ਉਹਨਾਂ ਦਾ, ਲਾਰਡ ਜੀਸਸ ਦਾ, ਤੇ ਉਹਨਾਂ ਦੀ ਗੱਲ ਵੀ ਆਉਂਦੀ ਹੈ ਭਈ ਉਹ ਵੀ ਇਹ ਗੱਲ ਆਖਦੇ ਨੇ, ਮੈਂ ਜਗਤ ਦਾ ਚਾਨਣ ਹਾਂ, ਜਿਹੜਾ ਮੇਰੇ ਪਿੱਛੇ ਚੱਲੇਗਾ ਉਹਦਾ ਪ੍ਰਭੂ ਪ੍ਰਾਪਤੀ ਉਹਨੂੰ ਜਿਹੜੀ ਹੈ ਉਹ ਹੋ ਜਾਏਗੀ। ਮੇਰਾ ਅਰਜ਼ ਕਰਨ ਤੋਂ ਭਾਵ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਇਹ ਮਤ ਕਿਤੇ ਵੀ ਨਹੀਂ ਹੈਗਾ।
ਹਜ਼ਰਤ ਜੀਸਸ ਇਹ ਗੱਲ ਆਖਦੇ ਨੇ ਕਿ ਜਿਹਦੇ ਪੱਲੇ ਨਾਲ ਛੋਹ ਕੇ ਇਹ ਮੰਨਿਆ ਜਾਂਦਾ ਸੀ ਕਿ ਲੋਕਾਂ ਦੇ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਨੇ, ਪਰ ਜੇ ਕਿਸੇ ਰੋਗੀ ਨਾਲ ਪੱਲਾ ਛੋਹ ਜਾਂਦਾ ਹੈ ਤੇ ਉਹਨਾਂ ਨੂੰ ਜਾਪਦਾ ਤੇ ਉਹ ਵੇਖਦੇ ਨੇ ਵੀ ਕੌਣ ਕਿਹਦਾ ਪੱਲਾ ਛੋਹਿਆ। ਜੇ ਤੇ ਕਿਸੇ ਕ੍ਰਿਸਚਨ ਦਾ ਪੱਲਾ ਛੋਹਿਆ ਤੇ ਉਹ ਆਖਦੇ ਨੇ ਠੀਕ ਹੈ ਕੋਈ ਗੱਲ ਨਹੀਂ, ਪਰ ਜਿਸ ਦਾ ਪੱਲਾ ਕਿਸੇ ਅਣਮਤੀ ਦਾ ਪੱਲਾ ਜੇ ਛੋਹ ਗਿਆ ਹਜ਼ਰਤ ਜੀਸਸ ਨਾਲ, ਤੇ ਉਹ ਕਹਿੰਦੇ ਨੇ ਮੈਂ ਇਹ ਤਾਕਤ ਖੁਦਾ ਕੋਲੋਂ ਇਸ ਵਾਸਤੇ ਨਹੀਂ ਲਾਇਆ ਕਿ ਆਇਆ ਕਿ ਮੈਂ ਇਹ ਕੁੱਤਿਆਂ ਬਿੱਲਿਆਂ ਤੇ ਵਰਤਾਂ। ਇਹੋ ਜਿਹੇ ਸ਼ਬਦ ਵੀ ਵਰਤਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ, ਗੁਰੂ ਕਲਗੀਧਰ ਪਾਤਸ਼ਾਹ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਜੀਵਨ ਦਾ ਮਾਰਗ ਇਹ ਦੱਸਿਆ ਕਿ ਸਾਰੀ ਕਾਇਨਾਤ ਸਾਡੀ ਆਪਣੀ ਹੈ, ਕੋਈ ਵੱਖਰਾ ਨਹੀਂ, ਸਾਰੇ ਇੱਕ ਹਾਂ, ਇੱਕ ਦੂਸਰੇ ਨਾਲ ਪਿਆਰ ਕਰੀਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਅਸੀਂ ਆਪਣੇ ਮਨ ਦੇ ਵਿੱਚ ਕਿ ਇਹ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਉਸ ਦੇ ਅਨੁਸਾਰ ਆਪਣਾ ਜੀਵਨ ਜੀਵੀਏ। ਜਿਸ ਧਰਮ ਵਿੱਚ ਰਹਿੰਦੇ ਹਾਂ ਉਸ ਵਿੱਚ ਪੱਕਾ ਰਹਿਣਾ ਅਤਿਅੰਤ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀਆਂ ਸਾਨੂੰ ਮਰਿਆਦਾਵਾਂ ਦਿੱਤੀਆਂ ਨੇ ਉਹਨਾਂ ਦਾ ਵੀ ਇੱਕ ਭਾਵ ਹੈ। ਜੇ ਉਹ ਭਾਵ ਹਿਰਦੇ 'ਚ ਵੱਸਦਾ ਤੇ ਫਿਰ ਮਰਿਆਦਾ ਹੈ, ਜੇ ਭਾਵ ਨਹੀਂ ਹਿਰਦੇ 'ਚ ਵੱਸਦਾ ਤੇ ਫਿਰ ਉਹ ਦੂਜਿਆਂ ਵਰਗਾ ਪਖੰਡੀ ਹੈ। ਇਹ ਵੀ ਨਾ ਸਮਝ ਲੈਣਾ ਕਿ ਕੋਈ 5 ਕਕਾਰ ਧਾਰਨ ਕਰ ਲਏਗਾ, ਜੇ ਕੋਈ ਕੱਪੜੇ ਨਾਮਧਾਰੀਆਂ ਵਾਂਗੂ ਪਾ ਲਏਗਾ, ਕੋਈ ਗਲ ਵਿੱਚ ਮਾਲਾ ਪਾ ਲਏਗਾ ਤੇ ਉਹ ਨਾਮਧਾਰੀ ਬਣ ਜਾਏਗਾ। ਅਸਲ ਵਿੱਚ ਨਾਮਧਾਰੀ ਉਹ ਹੈ ਜਿਹੜਾ ਨਾਮ ਦਾ ਆਧਾਰ ਵਾਲਾ ਹੈ, ਜਿਹੜਾ ਹੰਗਤਾ ਨੂੰ ਹਉਮੈ ਨੂੰ ਗਵਾ ਕੇ ਤੂੰ ਵਿੱਚ ਲੀਨ ਹੋ ਗਿਆ। ਅਸਲ ਵਿੱਚ ਨਿਹੰਗ ਤਾਂ ਉਹ ਹੈ। ਇਸ ਵਾਸਤੇ ਸਤਸੰਗੀ ਜਨੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀਆਂ। ਅਸੀਂ ਇਸ ਵਾਸਤੇ ਹੀ ਸਿੱਖ ਹਾਂ ਕਿ ਸਾਡਾ ਸਤਿਗੁਰੂ ਸਾਰਿਆਂ ਦਾ ਭਲਾ ਮੰਗਣ ਵਾਲਾ ਹੈ ਔਰ ਸਾਰਿਆਂ ਦਾ ਭਲਾ ਕਰਨ ਵਾਲਾ ਹੈ। ਉਹਨਾਂ ਦੇ ਵਾਸਤੇ ਕੋਈ ਹੱਦਾਂ ਨਹੀਂ, ਸਾਰੀ ਕਾਇਨਾਤ ਦਾ ਗੁਰੂ ਹੈ ਸਾਡਾ ਸਤਿਗੁਰੂ। ਇਸ ਵਾਸਤੇ ਸਾਨੂੰ ਮਾਣ ਹੋਣਾ ਚਾਹੀਦਾ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾ ਚੁੱਕਾ। ਸਤਿ ਸ਼੍ਰੀ ਅਕਾਲ।